23 ਜੂਨ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 23 ਜੂਨ ਦੇ ਇਤਿਹਾਸ ਬਾਰੇ। 23 ਜੂਨ 1985 ਨੂੰ 에ਅਰ ਇੰਡੀਆ ਦੀ ਫਲਾਈਟ ਕਨਿਸ਼ਕ ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਘਟਨਾ ਨੂੰ ਕਨਿਸ਼ਕ ਬੰਬਾਰੀ ਵੀ ਕਿਹਾ ਜਾਂਦਾ ਹੈ। ਇਹ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋ ਕੇ ਮੁੰਬਈ ਆ ਰਿਹਾ ਸੀ। ਜਹਾਜ਼ ਨੂੰ ਰਸਤੇ ਵਿੱਚ 3 ਥਾਵਾਂ ਮੌਂਟਰੀਅਲ, ਲੰਡਨ ਅਤੇ ਦਿੱਲੀ ਤੇ ਰੁਕਣਾ ਪਿਆ। ਜਿਵੇਂ ਹੀ ਜਹਾਜ਼ ਮੌਂਟਰੀਅਲ 'ਚ ਆਪਣੇ ਪਹਿਲੇ ਸਟਾਪ ਤੇ ਰੁਕਣ ਤੋਂ ਬਾਅਦ ਲੰਡਨ ਦੀ ਉਡਾਨ ਭਰਦਾ ਹੈ ਤਾਂ 45 ਮਿੰਟਾਂ ਦੇ ਅੰਦਰ ਹੀ ਜਹਾਜ਼ 'ਚ ਜ਼ਬਰਦਸਤ ਧਮਾਕਾ ਹੋ ਜਾਂਦਾ ਹੈ। ਜਹਾਜ਼ ਦੇ ਹੇਠਾਂ ਅਟਲਾਂਟਿਕ ਮਹਾਸਾਗਰ ਹੈ। ਇਹ ਜਹਾਜ਼ ਸਿੱਧਾ ਸਮੁੰਦਰ ਵਿੱਚ ਡਿੱਗਦਾ ਹੈ। ਇਸ ਹਾਦਸੇ 'ਚ ਜਹਾਜ਼ 'ਚ ਸਵਾਰ 329 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਸਮੁੰਦਰ 'ਚ ਸਿਰਫ 132 ਲੋਕਾਂ ਦੀਆਂ ਲਾਸ਼ਾਂ ਹੀ ਕੱਢੀਆਂ ਜਾ ਸਕੀਆਂ ਹਨ। ਦੱਸਿਆ ਜਾਂਦਾ ਹੈ ਕਿ ਇਸ ਹਾਦਸੇ 'ਚ ਮਾਰੇ ਗਏ ਕੁੱਲ 329 ਲੋਕਾਂ ਵਿੱਚੋਂ 268 ਕੈਨੇਡਾ ਦੇ, 27 ਇੰਗਲੈਂਡ ਦੇ, 10 ਅਮਰੀਕਾ ਦੇ ਅਤੇ 2 ਭਾਰਤ ਦੇ ਸਨ। ਜਹਾਜ਼ ਵਿੱਚ ਸਵਾਰ ਸਾਰੇ 22 ਭਾਰਤੀ ਵੀ ਮਾਰੇ ਗਏ ਸਨ। ਜਦੋਂ ਇਸ ਕਤਲੇਆਮ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਕ ਯਾਤਰੀ ਜਹਾਜ਼ ਵਿੱਚ ਪਹਿਲੇ ਹੀ ਵਿਸਫੋਟਕਾਂ ਨਾਲ ਭਰਿਆ ਬੈਗ ਲੈ ਕੇ ਜਾ ਰਿਹਾ ਸੀ, ਪਰ ਉਹ ਯਾਤਰੀ ਜਹਾਜ਼ ਵਿੱਚ ਸਵਾਰ ਨਹੀਂ ਹੋਇਆ ਸੀ। ਜਾਂਚ ਏਜੰਸੀਆਂ ਨੇ ਇਸ ਹਮਲੇ ਲਈ ਅੱਤਵਾਦੀ ਸੰਗਠਨ ਬੱਬਰ ਖਾਲਸਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮੰਨਿਆ ਜਾਂਦਾ ਹੈ ਕਿ ਇਹ ਹਵਾਈ ਹਮਲਾ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਦਰਅਸਲ 1984 'ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਭਾਰਤੀ ਫੌਜ ਨੇ ਅੰਮ੍ਰਿਤਸਰ 'ਚ ਵਕਫਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੱਤਿਆ ਕਰ ਦਿੱਤੀ ਸੀ। ਇਸ ਆਪਰੇਸ਼ਨ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖਿਲਾਫ ਵਕਫਵਾਦੀ ਸਮਰਥਕਾਂ 'ਚ ਗੁੱਸਾ ਸੀ, ਜਿਸ ਤੋਂ ਬਾਅਦ ਉਸੇ ਸਾਲ ਉਹਨਾਂ ਦੇ 2 ਸਿੱਖ ਅੰਗਰੱਖਿਆਂ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ। 23 ਜੂਨ 1980 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਜਿਸ ਤਰ੍ਹਾਂ ਸੰਜੇ ਰਾਜਨੀਤੀ ਵਿੱਚ ਸਰਗਰਮ ਸਨ, ਉਸੇ ਤਰ੍ਹਾਂ ਉਹ ਇੱਕ ਚੰਗੇ ਪਾਇਲਟ ਵੀ ਸਨ। ਹਵਾਈ ਜਹਾਜ਼ ਉਡਾਉਣਾ ਉਹਨਾਂ ਦਾ ਸ਼ੌਕ ਸੀ। ਕਿਹਾ ਜਾਂਦਾ ਹੈ ਕਿ ਇੱਕ ਦਿਨ ਸੰਜੇ ਗਾਂਧੀ ਨੇ ਭਾਰਤ ਤੋਂ ਇੱਕ ਵਿਸ਼ੇਸ਼ ਜਹਾਜ਼ ਪਿਟਸ S-2A ਮੰਗਵਾਇਆ ਸੀ। ਇਹ ਜਹਾਜ਼ ਹਵਾ ਵਿੱਚ ਕਲਾਬਾਜ਼ੀ ਦਿਖਾਉਣ ਲਈ ਮਸ਼ਹੂਰ ਸੀ। ਸੰਜੇ ਗਾਂਧੀ ਨੇ 21 ਜੂਨ ਨੂੰ ਦਿੱਲੀ ਦੇ ਸਫਦਰਜੰਗ ਹਵਾਈ ਅੱਡੇ ਤੋਂ ਪਹਿਲੀ ਵਾਰ ਇਸ ਜਹਾਜ਼ ਦੀ ਉਡਾਨ ਭਰੀ ਸੀ। ਫਿਰ ਅਗਲੇ ਦਿਨ ਉਹਨਾਂ ਨੇ ਇੰਦਰਾ ਗਾਂਧੀ ਅਤੇ ਮੇਨਕਾ ਗਾਂਧੀ ਨਾਲ ਜਹਾਜ਼ ਉਡਾਇਆ। 23 ਜੂਨ 1980 ਨੂੰ ਸੰਜੇ ਗਾਂਧੀ ਨੇ ਦਿੱਲੀ ਫਲਾਈਂਗ ਕਲੱਬ ਦੇ ਸਾਬਕਾ ਇੰਸਟ੍ਰਕਟਰ ਸੁਭਾਸ਼ ਸਕਸੇਨਾ ਨਾਲ ਜਹਾਜ਼ ਉਡਾਇਆ। ਜਹਾਜ਼ ਸਵੇਰੇ 7:08 ਤੇ ਉਡਾਨ ਭਰਦਾ ਹੈ। ਸਭ ਕੁਝ ਠੀਕ ਸੀ ਕਿ ਜਹਾਜ਼ ਦਾ ਇੰਜਨ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਜਹਾਜ਼ ਕ੍ਰੈਸ਼ ਹੋ ਕੇ ਡਿੱਗ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਸੰਜੇ ਗਾਂਧੀ ਅਤੇ ਸੁਭਾਸ਼ ਸਕਸੇਨਾ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ, ਜਿੱਥੇ ਦੋਵਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। 52 ਸਾਲਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਦੇਹਾਂਤ 23 ਜੂਨ 1953 ਨੂੰ ਹੋਇਆ ਸੀ। ਉਹ ਇੱਕ ਪ੍ਰਮੁੱਖ ਭਾਰਤੀ ਸਿਆਸਤਦਾਨ, ਸਿੱਖਿਆ ਸ਼ਾਸਤਰੀ ਅਤੇ ਭਾਰਤੀ ਜਨਸੰਘ ਦੇ ਸੰਸਥਾਪਕ ਸਨ। ਸ਼ਿਆਮਾ ਪ੍ਰਸਾਦ ਮੁਖਰਜੀ ਨੇ ਆਪਣੀ ਸਿਆਸੀ ਕੈਰੀਅਰ ਦੀ ਸ਼ੁਰੂਆਤ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਕੀਤੀ। ਫਿਰ ਬਾਅਦ ਵਿੱਚ ਉਹ ਹਿੰਦੂ ਮਹਾਸਭਾ 'ਚ ਸ਼ਾਮਿਲ ਹੋ ਗਏ। 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ ਉਹ ਜਵਾਹਰ ਲਾਲ ਨਹਿਰੂ ਦੀ ਸਰਕਾਰ ਵਿੱਚ ਉਦਯੋਗ ਅਤੇ ਸਪਲਾਈ ਮੰਤਰੀ ਬਣੇ, ਪਰ ਨਹਿਰੂ ਲਿਆਕਤ ਸਮਝੌਤੇ ਤੋਂ ਅਸੰਤੁਸ਼ਟ ਉਹਨਾਂ ਨੇ 1950 ਵਿੱਚ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਫਿਰ 1951 ਵਿੱਚ ਉਹਨਾਂ ਨੇ ਭਾਰਤੀ ਜਨਸੰਘ ਦੀ ਸਥਾਪਨਾ ਕੀਤੀ, ਜਿਸ ਦਾ ਮਕਸਦ ਭਾਰਤੀ ਸੰਸਕ੍ਰਿਤੀ ਅਤੇ ਰਾਸ਼ਟਰਵਾਦ ਦੇ ਸਿਧਾਂਤਾਂ ਦੇ ਆਧਾਰ ਤੇ ਰਾਜਨੀਤੀ ਕਰਨਾ ਸੀ। ਜਨਸੰਘ ਰਾਹੀਂ ਉਹਨਾਂ ਨੇ ਹਿੰਦੂਤਵ ਅਤੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦੇਸ਼ ਭਰ 'ਚ ਫੈਲਾਇਆ। ਉਸ ਸਮੇਂ 1953 ਵਿੱਚ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਧਾਰਾ 370 ਦੇ ਖਿਲਾਫ ਅੰਦੋਲਨ ਕੀਤਾ। ਜਦੋਂ ਮੁਖਰਜੀ ਜੰਮੂ ਕਸ਼ਮੀਰ ਪਹੁੰਚੇ ਤਾਂ ਸ਼੍ਰੀਨਗਰ 'ਚ ਦਾਖਲ ਹੁੰਦੇ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਤੋਂ ਬਾਅਦ 1 ਮਹੀਨਾ ਜੇਲ੍ਹ ਵਿੱਚ ਰਹਿਣ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ। ਅੱਜ ਵੀ ਉਹਨਾਂ ਦੀ ਮੌਤ ਬਾਰੇ ਕਾਰਨ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਮੰਨਿਆ ਜਾਂਦਾ ਹੈ ਕਿ ਉਹਨਾਂ ਦੀ ਮੌਤ ਦੇ ਪਿੱਛੇ ਨਹਿਰੂ ਸਰਕਾਰ ਦੀ ਲਾਪਰਵਾਹੀ ਜਾਂ ਸਾਜ਼ਿਸ਼ ਸ਼ਾਮਿਲ ਹੋ ਸਕਦੀ ਹੈ। ਹਾਲਾਂਕਿ ਉਸ ਸਮੇਂ ਕੇਂਦਰ ਸਰਕਾਰ ਨੇ ਇਸ ਨੂੰ ਕੁਦਰਤੀ ਮੌਤ ਕਿਹਾ ਸੀ। ਦੁਨੀਆ ਦੀ ਪਹਿਲੀ ਸੰਸਦ ਦਾ ਉਦਘਾਟਨ 23 ਜੂਨ 1903 ਨੂੰ ਹੋਇਆ ਸੀ। ਇਹ ਸੰਸਦ ਆਈਸਲੈਂਡ ਵਿੱਚ ਹੈ, ਜੋ ਅੱਜ ਵੀ ਕੰਮ ਕਰਦੀ ਹੈ। ਕਿਹਾ ਜਾਂਦਾ ਹੈ ਕਿ ਆਈਸਲੈਂਡ ਦੇ ਲੋਕ ਇਸ ਸਥਾਨ ਤੇ ਆਉਂਦੇ ਸਨ ਅਤੇ ਕਿਸੇ ਵੀ ਮੁੱਦੇ ਤੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਦੇ ਸਨ। ਜਦੋਂ ਇੱਥੇ ਲੋਕਾਂ ਦੀ ਗਿਣਤੀ ਵਧਣ ਲੱਗੀ ਤਾਂ ਇੱਕ ਲਾਅ ਕੌਂਸਲ ਬਣਾਈ ਗਈ। ਇਹ ਕੌਂਸਲ ਨਵੇਂ ਕਾਨੂੰਨ ਬਣਾਉਣ, ਝਗੜਿਆਂ ਦਾ ਨਿਪਟਾਰਾ ਕਰਨ ਅਤੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕੰਮ ਕਰਦੀ ਸੀ। ਹੌਲੀ-ਹੌਲੀ ਇਸ ਵਿੱਚ ਕਈ ਵਿਵਸਥਾ ਦੀ ਵੀ ਜੋੜ ਦਿੱਤਾ ਗਿਆ। ਉਦਾਹਰਣ ਵਜੋਂ ਹਰ ਸਾਲ ਜੂਨ ਦੇ ਮਹੀਨੇ ਇੱਥੇ ਇੱਕ ਸੈਸ਼ਨ ਹੁੰਦਾ ਸੀ, ਜੋ ਲਗਾਤਾਰ 2 ਹਫ਼ਤੇ ਚੱਲਦਾ ਰਹਿੰਦਾ ਸੀ ਅਤੇ ਇਸ ਇਜਲਾਸ ਵਿੱਚ ਸਾਰੇ ਨਾਗਰਿਕਾਂ ਨੇ ਹਿੱਸਾ ਲਿਆ ਅਤੇ ਬਹੁਮਤ ਦੇ ਆਧਾਰ ਤੇ ਫੈਸਲੇ ਲਏ ਗਏ। ਇਸ ਸੰਸਦ ਨੂੰ ਅਲਥਿੰਗ ਕਿਹਾ ਜਾਂਦਾ ਸੀ। ਬਾਅਦ ਵਿੱਚ ਜਦੋਂ ਆਈਸਲੈਂਡ ਉੱਤੇ ਦੂਜੇ ਦੇਸ਼ਾਂ ਦਾ ਕਬਜ਼ਾ ਹੋ ਗਿਆ ਤਾਂ ਸੰਸਦ ਦਾ ਕੰਮ ਵੀ ਪ੍ਰਭਾਵਿਤ ਹੋਇਆ, ਪਰ ਅੱਜ ਇਸ ਨੂੰ ਦੁਨੀਆ ਦੀ ਸਭ ਤੋਂ ਪੁਰਾਣੀ ਸੰਸਦ ਮੰਨਿਆ ਜਾਂਦਾ ਹੈ। ਸੰਸਦ ਲਈ ਪਹਿਲਾਂ ਚੋਣਾਂ 1844 ਵਿੱਚ ਹੋਈਆਂ ਸਨ। ਉਸ ਸਮੇਂ ਸਿਰਫ 25 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਸੀ।
ਪਰ ਸਾਲ 1915 ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ। ਇਸ ਸਮੇਂ ਆਈਸਲੈਂਡ ਦਾ ਸਾਰਾ ਕੰਮਕਾਜ ਇਸੇ ਸੰਸਦ ਤੋਂ ਚੱਲਦਾ ਹੈ। ਅੰਤਰਰਾਸ਼ਟਰੀ ਓਲੰਪਿਕ ਦਿਵਸ ਹਰ ਸਾਲ 23 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਓਲੰਪਿਕ ਮੁੱਲਾਂ ਨੂੰ ਉਤਸ਼ਾਹਿਤ ਕਰਨਾ ਹੈ। ਅੰਤਰਰਾਸ਼ਟਰੀ ਓਲੰਪਿਕ ਦਿਵਸ ਪਹਿਲੀ ਵਾਰ 23 ਜੂਨ 1948 ਨੂੰ ਮਨਾਇਆ ਗਿਆ ਸੀ। ਇਹ ਦਿਨ 23 ਜੂਨ 1894 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਸਥਾਪਨਾ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਓਲੰਪਿਕ ਦਿਵਸ ਖੇਡਣ ਅਤੇ ਸਰਗਰਮ ਹੋਣ ਦਾ ਜਸ਼ਨ ਹੈ। ਇਹ ਹਰ ਕਿਸੇ ਨੂੰ ਖੇਡਾਂ ਰਾਹੀਂ ਅੱਗੇ ਵਧਣ ਅਤੇ ਸਿੱਖਣ ਲਈ ਪ੍ਰੇਰਿਤ ਕਰਦਾ ਹੈ। ਓਲੰਪਿਕ ਲਹਿਰ ਨੇ ਸ਼ਾਂਤੀ ਅਤੇ ਖੇਡਾਂ ਨੂੰ ਇਕੱਠੇ ਲਿਆਉਣ ਲਈ ਇੱਕ ਲੰਬਾ ਸਫ਼ਰ ਤੈਅ ਕੀਤਾ ਹੈ। ਇਹ ਦਿਨ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਸਰਗਰਮ ਰਹਿਣ ਅਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਾ ਹੈ। ਓਲੰਪਿਕ ਦਿਵਸ ਦੇ ਮੌਕੇ ਤੇ ਕਈ ਦੇਸ਼ਾਂ ਵਿੱਚ ਖੇਡ ਪ੍ਰੋਗਰਾਮ, ਖੇਡ ਪ੍ਰਦਰਸ਼ਨ, ਸੈਮੀਨਾਰ, ਮੈਰਾਥਨ, ਫਿਟਨੈਸ ਪ੍ਰੋਗਰਾਮ ਅਤੇ ਖੇਡ ਸਨਮਾਨ ਸਮਾਰੋਹ ਆਦਿ ਦਾ ਆਯੋਜਨ ਕੀਤਾ ਜਾਂਦਾ ਹੈ। 23 ਜੂਨ ਨੂੰ ਅੰਤਰਰਾਸ਼ਟਰੀ ਵਿਧਵਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਵਿਧਵਾਵਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣਾ, ਉਹਨਾਂ ਦੀ ਹਾਲਤ ਸੁਧਾਰਨਾ ਅਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਹੈ। 23 ਜੂਨ 2011 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ ਅੰਤਰਰਾਸ਼ਟਰੀ ਵਿਧਵਾ ਦਿਵਸ ਮਨਾਉਣ ਦਾ ਐਲਾਨ ਕੀਤਾ, ਜਿਸ ਵਿੱਚ ਵਿਸ਼ਵ ਪੱਧਰ ਤੇ ਵਿਧਵਾਵਾਂ ਨੂੰ ਦਰਪੇਸ਼ ਮੁਸ਼ਕਲਾਂ, ਅਧਿਕਾਰਾਂ ਅਤੇ ਭਲਾਈ ਨੂੰ ਸੁਧਾਰਨ ਦੇ ਮਕਸਦ ਨਾਲ ਇਸ ਦਿਨ ਨੂੰ ਮਨਾਉਣ ਦੀ ਮਾਨਤਾ ਦਿੱਤੀ ਗਈ। ਅੰਤਰਰਾਸ਼ਟਰੀ ਵਿਧਵਾ ਦਿਵਸ ਮਨਾਉਣ ਨੂੰ ਵੱਖ-ਵੱਖ ਸੰਸਥਾਵਾਂ ਦੇ ਯਤਨਾਂ ਤੋਂ ਪ੍ਰੇਰਿਤ ਦੱਸਿਆ ਗਿਆ, ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਲੂੰਬਾ ਫਾਊਂਡੇਸ਼ਨ ਸੀ। ਲੂੰਬਾ ਫਾਊਂਡੇਸ਼ਨ ਇੱਕ ਅੰਤਰਰਾਸ਼ਟਰੀ ਚੈਰਿਟੀ ਹੈ ਜੋ ਵਿਧਵਾਵਾਂ ਦੇ ਹੱਕਾਂ ਲਈ ਲੜਦੀ ਹੈ। ਸੰਯੁਕਤ ਰਾਸ਼ਟਰ ਵੱਲੋਂ ਇਹ ਦਿਵਸ ਮਨਾਉਣ ਤੋਂ ਪਹਿਲਾਂ ਵੀ ਲੂੰਬਾ ਫਾਊਂਡੇਸ਼ਨ 2005 ਤੋਂ ਵਿਧਵਾ ਦਿਵਸ ਮਨਾ ਰਹੀ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਸਿਰਫ ਵਿਧਵਾਵਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣਾ ਹੀ ਨਹੀਂ, ਸਗੋਂ ਵਿਧਵਾਵਾਂ ਨੂੰ ਸਿੱਖਿਆ, ਰੋਜ਼ਗਾਰ, ਸਿਹਤ ਸੇਵਾਵਾਂ ਅਤੇ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਵੀ ਹੈ। ਇਸ ਤੋਂ ਇਲਾਵਾ ਵਿਧਵਾਵਾਂ ਨੂੰ ਵੀ ਸਮਾਜ ਵਿੱਚ ਬਰਾਬਰਤਾ ਅਤੇ ਸਨਮਾਨ ਪ੍ਰਾਪਤ ਕਰਨਾ ਹੋਵੇਗਾ।